ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਟ੍ਰਿਬਿਊਨ ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਮੈਂ ਅੰਮ੍ਰਿਤਪਾਲ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਬੇਰੁਜ਼ਗਾਰ ਕਿਸ ਤਰ੍ਹਾਂ ਸੰਘਰਸ਼ ਕਰ ਰਹੇ ਨੇ, ਮੁਲਾਜ਼ਮ ਕਿਸ ਤਰ੍ਹਾਂ ਸੰਘਰਸ਼ ਦੇ ਰਾਹ ਪਏ ਹੋਏ ਨੇ। ਜਦ ਕਿ ਕੋਵਿਡ ਦੀਆਂ ਪਾਬੰਦੀਆਂ ਜਦੋਂ ਲੱਗੀਆਂ ਤਾਂ ਇਹ ਸਾਰੇ ਸੰਘਰਸ਼ ਮੱਠੇ ਪੈ ਗਏ ਸੀ। ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ, ਉਹਨਾਂ ਨੇ ਖੇਤੀ ਆਰਡੀਨੈਂਸਾਂ ਦਾ ਮੁੱਦਾ ਚੱਕਿਆ, ਜਦ ਕਿ ਹੁਣ ਵੱਖ-ਵੱਖ ਵਰਗਾਂ ਦੇ ਮੁਲਾਜ਼ਮ ਸੰਘਰਸ਼ ਦੇ ਰਾਹ ਪਏ ਹੋਏ ਨੇ। ਪਟਿਆਲੇ ਵਿੱਚ ਰੋਜ਼ ਸੰਘਰਸ਼ ਦਾ ਪਿੜ ਮੱਘਦਾ ਏ ਅਤੇ ਬੇਰੁਜ਼ਗਾਰ ਫਾਰਮਾਸਿਸਟਾਂ ਨੇ ਲੰਘੇ ਦਿਨ ਫਿਰੋਜ਼ਪੁਰ ਵਿੱਚ ਬੀਨ ਵਜਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਸ ਬਾਰੇ ਮੈਂ ਸਾਡੇ ਮਹਿਮਾਨ ਚਰਨਜੀਤ ਜੀ ਨੂੰ ਸਵਾਗਤ ਕਰਦਾ ਹਾਂ ਜੀ। ਅਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਬੇਰੁਜ਼ਗਾਰਾਂ ਨੇ ਸੰਘਰਸ਼ ਦੀ ਬੀਨ ਵਜਾਈ ਆ, ਇਹ ਸਰਕਾਰ ਨੂੰ ਜਗਾ ਸਕੇਗੀ ਕਿ ਨਹੀਂ? ਵੈਸੇ ਤਾਂ ਅਮਰ ਇਹ ਹੈਗਾ ਕਿ ਇਕੱਲੀ ਫਿਰੋਜ਼ਪੁਰ ਦੀ ਆਪਾਂ ਗੱਲ ਨਾ ਕਰੀਏ, ਜਿੰਨੇ ਵੀ ਸੰਘਰਸ਼ ਹੈ ਚਾਹੇ ਉਹ ਬੇਰੁਜ਼ਗਾਰਾਂ ਦਾ ਅਤੇ ਚਾਹੇ ਉਹ ਮੁਲਾਜ਼ਮਾਂ ਦਾ ਹੈਗਾ, ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਕੁਛ ਅਰਸੇ ਦੇ ਗੈਪ ਮਗਰੋਂ ਭਖੇ ਨੇ। ਤਾਂ ਕਿਤੇ ਫਿਰੋਜ਼ਪੁਰ 'ਚ ਬੀਨ ਵੱਜ ਰਹੀ ਹੈ ਅਤੇ ਕਿਤੇ ਪਟਿਆਲੇ 'ਚ ਮੁਲਾਜ਼ਮ ਗੱਜ ਰਹੇ ਨੇ ਅਤੇ ਕਿਤੇ ਹੋਰ ਸੰਘਰਸ਼ੀ ਵੱਜ ਰਹੇ ਨੇ। ਤਾਂ ਇਹ ਇਕੱਲਾ ਵਰਤਾਰਾ ਸਾਡੇ ਪੰਜਾਬ ਦਾ ਨਹੀਂ ਹੈਗਾ, ਪੂਰੇ ਹਿੰਦੁਸਤਾਨ ਦੇ ਵਿੱਚ ਹੀ ਇੱਕ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ, ਜਦੋਂ ਸ਼ਹੀਨ ਬਾਗ ਦਾ ਮੋਰਚਾ ਲੱਗਿਆ ਸੀ, JNU ਜਾਮੀਆ ਮਿਲੀਆ ਇਸਲਾਮੀਆ ਵਾਲਾ ਯੂਨੀਵਰਸਿਟੀ ਦੇ ਸਟੂਡੈਂਟ ਸੜਕਾਂ 'ਤੇ ਆਏ ਸੀਗੇ, ਤਾਂ ਕੋਵਿਡ ਨੇ ਇਹ ਸਾਰੀਆਂ ਗੱਲਾਂ ਨੂੰ ਮੱਠੇ ਪਾ ਦਿੱਤਾ ਸੀ ਅਤੇ ਸਰਕਾਰੀ ਪਾਬੰਦੀਆਂ ਕਰਕੇ ਜਿਹੜੇ ਸਾਰੇ ਸੰਘਰਸ਼ ਹੈ ਉਹ ਠੰਡੇ ਹੋ ਗਏ ਸੀ। ਤਾਂ ਹੁਣ ਪੰਜਾਬ ਦੇ ਵਿੱਚ ਫੇਰ ਜਿਹੜੇ ਸੰਘਰਸ਼ ਹੈ ਜਿਹੜੇ ਉਹ ਮੁੜ ਭਖੇ ਨੇ। ਤਾਂ ਅੰਮ੍ਰਿਤ ਇਹਨੂੰ ਆਪਾਂ ਜੇ ਦੇਖੀਏ ਤਾਂ ਇਹ ਪੂਰੇ ਇੱਕ ਮੰਤਰੀ ਲੈਵਲ 'ਤੇ ਇਸ 'ਤੇ ਥੋੜ੍ਹੀ ਝਾਤ ਮਾਰੀਏ ਤਾਂ ਸਾਰੇ ਮੁਲਕਾਂ ਦੇ ਵਿੱਚ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਹੈਗੇ ਐਜੀਟੇਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ। ਬਲਕਿ ਜਿਹੜਾ 2019 ਵਾਲਾ ਵਰ੍ਹਾ ਸੀਗਾ ਉਸ ਨੂੰ ਤਾਂ ਈਅਰ ਆਫ ਸਟਰੀਟ ਪ੍ਰੋਟੈਸਟਰ ਵਜੋਂ ਐਲਾਨਿਆ ਗਿਆ ਸੀਗਾ। ਹਾਂਗਕਾਂਗ ਦੇ ਵਿੱਚ ਬੜਾ ਪ੍ਰੋਟੈਸਟ ਭਖਿਆ ਹੋਇਆ ਸੀ ਰਿਹਾ ਪਿਛਲੇ ਟਾਈਮ ਦੇ ਵਿੱਚ ਚਾਈਨਾ ਦੇ ਖਿਲਾਫ। ਇਸ ਤਰ੍ਹਾਂ ਇੰਡੋਨੇਸ਼ੀਆ ਦੇ ਵਿੱਚ ਜਿਹੜੇ ਉੱਥੋਂ ਦੇ ਕਾਲੇ ਕਾਨੂੰਨ ਬਣੇ ਆ ਉਹਨਾਂ ਦੇ ਖਿਲਾਫ ਲੋਕ ਕੁੱਦੇ ਹੋਏ ਨੇ। ਈਰਾਨ ਹੋਇਆ, ਚਿਲੀ ਹੋਇਆ, ਇਸ ਤਰ੍ਹਾਂ ਨੀਦਰਲੈਂਡ ਦੇ ਵਿੱਚ ਲੋਕ ਹੈ ਜਿਹੜੇ ਉਹ ਕਾਫੀ ਖਾਸ ਕਰਕੇ ਜਿਹੜੇ ਉੱਥੋਂ ਦੇ ਡੱਚ ਫਾਰਮਰ ਹੈਗੇ ਨੇ ਉਹ ਸੜਕਾਂ 'ਤੇ ਆਏ ਹੋਏ ਨੇ। ਇਸ ਤਰ੍ਹਾਂ ਫਰਾਂਸ ਦੇ ਵਿੱਚ ਤੁਸੀਂ ਦੇਖਿਆ ਸੀ ਪੀਲੀਆਂ ਜੈਕਟਾਂ ਪਹਿਨ ਕੇ, ਉੱਥੇ ਤਾਂ ਤਕਰੀਬਨ 1 ਸਾਲ ਤੋਂ ਇਹ ਸੰਘਰਸ਼ ਲੰਬਾ ਟਾਈਮ ਚੱਲਿਆ ਹੈਗਾ। ਤਾਂ ਇਹ ਸਾਡਾ ਇੱਕ ਕੰਸਟੀਟਿਊਸ਼ਨਲ ਰਾਈਟ ਵੀ ਹੈਗਾ ਕਿ ਸੰਘਰਸ਼ ਕਰਨਾ, ਕਿ ਸਾਡੀ ਖਾਸ ਕਰਕੇ ਜਿੱਥੇ ਜਿੱਥੇ ਡੈਮੋਕ੍ਰੇਸੀ ਹੈਗੀ ਹੈ ਲੋਕ ਰਾਜ ਦੇ ਵਿੱਚ, ਅਤੇ ਸਾਡਾ ਜਿਹੜਾ ਇਹ ਸੰਵਿਧਾਨ ਹੈ ਇਹ ਸਾਨੂੰ ਇਹ ਰਾਈਟ ਦਿੰਦਾ ਹੈ। ਡੈਮੋਕ੍ਰੇਸੀ ਇਹਦੀ ਜਿਹੜਾ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਕਿ ਕੋਰ ਰਾਈਟ ਹੈ ਜਿਹੜਾ ਉਹ ਹੈਗਾ ਕਿ 2 ਤਰ੍ਹਾਂ ਦੇ ਕੋਰ ਰਾਈਟ ਹੈ। ਇੱਕ ਤਾਂ ਸਾਨੂੰ ਇਹ ਹੈਗਾ ਡੈਮੋਕ੍ਰੇਸੀ ਕਿ ਅਸੀਂ ਆਪਣੀ ਗਵਰਨਮੈਂਟ ਚੁਣ ਸਕਦੇ ਹਾਂ। ਸੈਕਿੰਡ ਸਾਡਾ ਜਿਹੜਾ ਕੋਰ ਰਾਈਟ ਹੈਗਾ ਉਹ ਹੈ ਕਿ ਅਸੀਂ ਆਪਣੀਆਂ ਮੰਗਾਂ ਦੇ ਆਪਣੀ ਆਵਾਜ਼ ਹੈ ਆਪਣੀ ਸਰਕਾਰ ਤੱਕ ਪਹੁੰਚਾ ਸਕਦੇ ਹਾਂ ਸ਼ਾਂਤਮਈ ਤਰੀਕੇ ਨਾਲ। ਇਸ ਤਰ੍ਹਾਂ ਸਾਡਾ ਜਿਹੜਾ ਕੰਸਟੀਟਿਊਸ਼ਨ ਹੈਗਾ ਉਹਦੀ ਜਿਹੜਾ ਆਰਟੀਕਲ 19 ਹੈ ਉਹ ਸਾਨੂੰ ਰਾਈਟ ਦਿੰਦਾ ਹੈਗਾ ਕਿ ਅਸੀਂ ਆਪਣੇ ਉਹਦੀਆਂ ਜਿਹੜੀਆਂ ਉਪਮਦਾਂ ਹੈਗੀਆਂ ਨੇ ਉਹਦੇ ਵਿੱਚ ਇਹ ਦਰਜ ਹੈਗਾ ਕਿ ਅਸੀਂ ਆਪਣਾ ਸ਼ਾਂਤਮਈ ਤਰੀਕੇ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹਾਂ, ਇਕੱਠੇ ਹੋ ਸਕਦੇ ਹਾਂ, ਅਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ। ਖਾਸ ਕਰਕੇ ਜਦੋਂ ਦਿੱਲੀ ਦੇ ਵਿੱਚ ਅਮਰ ਤੁਸੀਂ ਦੇਖਿਆ ਹੈਗਾ ਜਦੋਂ ਪ੍ਰੋਟੈਸਟ ਭਖਿਆ ਸੀਗਾ ਰਾਮਲੀਲਾ ਮੈਦਾਨ ਦੇ ਵਿੱਚ, ਉਸ ਟਾਈਮ ਸੁਪਰੀਮ ਕੋਰਟ ਦਾ ਵੀ ਇਹ ਵਰਡਿਕਟ ਆ ਚੁੱਕਾ ਹੈ ਕਿ ਜਿਹੜਾ ਪ੍ਰੋਟੈਸਟ ਕਰਨਾ ਹੈ ਉਹ ਸਾਡਾ ਇੱਕ ਫੰਡਾਮੈਂਟਲ ਰਾਈਟ ਹੈਗਾ। ਤਾਂ ਇਹ ਜਦੋਂ ਪਹਿਲਾ ਸੰਘਰਸ਼ ਹੈ, ਸੰਘਰਸ਼ਾਂ ਦਾ ਮੁਹਾਂਦਰਾ ਜਿਹੜਾ ਸ਼ੁਰੂ ਤੇ ਖਾਸ ਕਰਕੇ 92 ਤੋਂ ਬਾਅਦ ਹੈ ਜਿਹੜਾ ਇਹ ਬਦਲਦਾ ਰਿਹਾ ਹੈਗਾ। ਜਿਸ ਤਰ੍ਹਾਂ ਹੁਣ ਸੰਘਰਸ਼ ਚੱਲ ਰਹੇ ਨੇ ਹੁਣ ਉਹਨਾਂ ਦੇ ਵਿੱਚ ਉਨੀ ਤੀਬਰਤਾ ਨਹੀਂ ਹੈਗੀ ਹੈ, ਉਨੀ ਤੇਜ਼ੀ ਨਹੀਂ ਹੈਗੀ ਹੈ, ਉਨਾ ਜੋਸ਼ ਨਹੀਂ ਹੈਗਾ ਜਿਸ ਤਰ੍ਹਾਂ ਪਹਿਲਾਂ ਰਿਹਾ ਹੈਗਾ। ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਅਮਰਤ ਇਹ ਵੀ ਰਿਹਾ ਹੈ ਕਿ ਜਿਸੋ ਸਾਨੂੰ ਆਜ਼ਾਦੀ ਮਿਲੀ ਸੀਗੀ ਤਾਂ ਸਾਡੇ ਕੋਲ ਕੁਝ ਮਾਡਲ ਵੀ ਸੀਗੇ, ਜਿਵੇਂ ਰਸ਼ੀਆ ਦਾ ਮਾਡਲ ਸੀ, ਚਾਈਨਾ ਦਾ ਮਾਡਲ ਸੀ, ਕਿਉਂਕਿ ਰੈਵੋਲੂਸ਼ਨ ਹੋਏ ਸੀ। ਅਸੀਂ ਲੋਕ ਐਕਸਪੈਕਟ ਕਰਦੇ ਸੀ ਅਤੇ ਗੌਰਮੈਂਟਾਂ ਦੀ ਸੋਚ ਦਾ ਜਿਹੜਾ ਸਿਲੇਬਸ ਸੀ ਉਹਦੇ ਵਿੱਚ ਵੀ ਦੱਦਾ ਲਿਖਿਆ ਹੋਇਆ ਸੀ। ਦੱਦਾ ਮੀਨਸ ਕਿ ਦੇਣਾ, ਸਰਕਾਰ ਉਹ ਦਿੰਦੀ ਸੀ, ਇਸ ਕਰਕੇ ਸੰਘਰਸ਼ਾਂ ਦੀ ਬਹੁਤੀ ਲੋੜ ਨਹੀਂ ਸੀ ਪੈਂਦੀ। ਪਬਲਿਕ ਸੈਕਟਰ ਇੰਡੀਆ ਦਾ ਕਿੰਨਾ ਅੱਗੇ ਵਧਿਆ, ਨਵੀਆਂ ਨਹਿਰਾਂ ਬਣੀਆਂ, ਸਕੂਲ ਕਾਲਜ ਹਸਪਤਾਲ ਬਣੇ, ਪੁਲ ਬਣੇ,
ਜੇ ਸਰਕਾਰ ਲੋਕ ਮੰਗਦੇ ਸੀ ਨੌਕਰੀਆਂ ਦੇ ਵੱਡੀ ਪੱਧਰ ਤੇ ਨੌਕਰੀਆਂ ਲੋਕਾਂ ਨੂੰ ਮਿਲੀਆਂ ਉਸ ਟਾਈਮ ਦੇ ਵਿੱਚ, ਕਿਉਂਕਿ ਉਦੋਂ ਸਰਕਾਰਾਂ ਦੀ ਜਿਹੜੀ ਅਪਰੋਚ ਸੀਗੀ ਉਹ ਥੋੜ੍ਹੀ ਲੋਕ ਪੱਕੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਪਬਲਿਕ ਸੈਕਟਰ ਨੂੰ ਉਸ ਟਾਈਮ ਮਜ਼ਬੂਤ ਕਰਨਾ ਚਾਹੁੰਦਾ ਸੀ। ਚਾਹੇ ਸਰਕਾਰ ਦੀ ਜਿਹੜੀ ਏਜੰਡਾ ਪਿੱਛੇ ਕੁਝ ਹੋਰ ਹੋ ਸਕਦਾ ਹੈ ਕਿ ਲੋਕ ਇੱਕ ਨਵੀਂ ਰੈਵੋਲੂਸ਼ਨ ਵੱਲ ਨਾ ਵਧਣ, ਕਿ ਉਹਨਾਂ ਨੂੰ ਕੁਝ ਨਾ ਕੁਝ ਦਿੰਦੇ ਰਹਿਣਾ ਚਾਹੀਦਾ ਹੈਗਾ, ਪਰ ਫਿਰ ਵੀ ਉਦੋਂ ਖਾਸਾ ਜਿਹੜਾ ਕੁਛ ਹੱਦ ਤੱਕ ਠੀਕ ਸੀ। ਉਦੋਂ ਜਿਹੜਾ ਡੈਮੋਕ੍ਰੇਸੀ ਦਾ ਰੂਪ ਹੈ ਜਿਹੜਾ ਇੰਨਾ ਚੀੜਾ ਨਹੀਂ ਸੀ, ਜੇ ਇਕੱਲੇ ਸੰਘਰਸ਼ਾਂ ਦੇ ਐਂਗਲ ਤੋਂ ਮੈਂ ਇਹ ਗੱਲ ਕਰ ਰਿਹਾ ਹੈਗਾ। ਇੱਕ ਵਾਰੀ ਅਮਰਤ ਕੀ ਹੋਇਆ ਕਿ 1954 ਦੀ ਗੱਲ ਹੈਗੀ ਹੈ, ਤਾਂ ਉਸ ਟਾਈਮ ਪ੍ਰਭਾਤ ਅਖਬਾਰ ਦਾ ਜਿਹੜਾ ਸੰਪਾਦਕ ਸੀ ਉਸ 'ਤੇ ਸਰਕਾਰ ਨੇ ਉੱਪਰੋਂ ਥੱਲੇ ਕਈ ਪਰਚੇ ਦਰਜ ਕਰ ਦਿੱਤੇ ਸੀ। ਤਾਂ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਬੜੀ ਤੋਏ ਤੋਏ ਹੋਈ ਸੀਗੀ ਕਿ ਦੇਖੋ ਜੀ ਨਹਿਰੂ ਦੀ ਡੈਮੋਕ੍ਰੇਸੀ ਦੇਖੋ ਕਿ ਇੱਕ ਜਿਹੜਾ ਸੰਪਾਦਕ ਹੈ ਉਸ ਦੇ ਉੱਪਰ ਇੰਨੇ ਪਰਚੇ ਦਰਜ ਕਰ ਦਿੱਤੇ ਗਏ ਹੈਗੇ ਨੇ। ਤਾਂ ਉਸ ਜਿਹੜਾ ਸੱਟ ਤੋਂ ਸਰਕਾਰ ਨੇ ਕਾਫੀ ਕੁਝ ਸਿੱਖਿਆ ਸੀ ਤੇ ਉਹ ਪਰਚੇ ਸਰਕਾਰ ਨੂੰ ਜਿਹੜੇ ਹੈਗੇ ਨੇ ਵਾਪਸ ਲੈਣੇ ਪਏ ਸੀ। ਸੋ ਆਪਾਂ ਗੱਲ ਕਰਦੇ ਸੀ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਚਲੋ ਇੱਕ ਚੰਗੀ ਗੱਲ ਹੈਗੀ ਹੈ ਕਿ ਮੁੜ ਲੋਕਾਂ ਨੂੰ ਆਪਣੀ ਆਵਾਜ਼ ਚੁੱਕਣ ਦਾ, ਨਹੀਂ ਤਾਂ ਪਿਛਲੇ ਟਾਈਮ 'ਚ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ CAA ਕਾਨੂੰਨ ਦਾ ਸੀਗਾ, ਨਾਗਰਿਕਤਾ ਸੋਧ ਐਕਟ ਦੇ ਆੜ ਵਿੱਚ ਉਹਦੇ ਜਿੰਨਾ ਪ੍ਰੋਟੈਸਟ ਚੱਲ ਰਿਹਾ ਸੀ ਉਸ ਨੂੰ ਕਿਸ ਤਰ੍ਹਾਂ ਦਬਾਇਆ ਗਿਆ, ਇਹ ਸਾਰੀਆਂ ਗੱਲਾਂ ਆਪਣੇ ਸਾਹਮਣੇ ਹੈ। ਤਾਂ ਚਲੋ ਇੱਕ ਚੰਗੀ ਗੱਲ ਹੈ ਕਿ ਲੋਕਾਂ ਨੂੰ ਹੁਣ ਫੇਰ ਆਪਣੀ ਗੱਲ ਕਹਿਣ ਦਾ ਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲਿਆ। ਜਿਵੇਂ ਤੁਸੀਂ ਗੱਲ ਕੀਤੀ ਵੀ ਸੰਘਰਸ਼ ਦਾ ਰੂਪ ਬਦਲਦਾ ਰਿਹਾ, ਵੇਲੇ ਵੇਲੇ ਤੇ ਤਬਦੀਲੀ ਆਉਂਦੀ ਰਹੀ ਆ, ਹੁਣ ਦੱਸੋ ਵੀ ਇਹ ਸਰਕਾਰ ਦੀ ਪਹੁੰਚ ਵੀ ਤਬਦੀਲੀ ਆਈ ਆ ਕਿ ਜਾਂ ਸੰਘਰਸ਼ ਉਹਨੇ ਜਾਨਦਾਰ ਨਹੀਂ ਰਹੇ ਕਿ ਸਰਕਾਰ ਸੁਣਵਾਈ ਨਹੀਂ ਕਰਦੀ? ਇਹ 'ਚ ਅਮਰਤ ਦੋਹੇ ਗੱਲਾਂ ਹੀ ਨੇ। ਇੱਕ ਤਾਂ ਇਹ ਕਿ ਸਰਕਾਰਾਂ ਦੀ ਜਿਹੜੀ ਅਪਰੋਚ ਹੈ ਉਹ ਬੜੀ ਢੀਠਪੁਣੇ ਵਾਲੀ ਬਣ ਗਈ ਹੈਗੀ ਹੈ, ਕਿ ਖਾਸ ਕਰਕੇ 92 ਤੋਂ ਬਾਅਦ ਜੋ ਲਿਬਰਲਾਈਜੇਸ਼ਨ ਤੋਂ ਬਾਅਦ ਹੈ ਜਿਹੜਾ ਬੜੀ ਵੱਡੀ ਪੱਧਰ 'ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਦਾ ਇੱਧਰ ਸਾਡੇ ਇੰਡੀਆ ਦੇ ਵਿੱਚ ਨਿਵੇਸ਼ ਹੋਇਆ, ਸਾਰੀਆਂ ਸਟੇਟਾਂ, ਹਿੰਦੁਸਤਾਨ ਪੂਰਾ, ਪੰਜਾਬ ਵੀ ਉਹਦੇ ਨਾਲ ਪ੍ਰਭਾਵਿਤ ਹੋਇਆ। ਤਾਂ ਉਹਦੇ ਨਾਲ ਕੀ ਹੋਇਆ ਕਿ ਕੁਛ ਨੌਕਰੀਆਂ ਦੇ ਸਰਕਾਰੀ ਨੌਕਰੀਆਂ ਦੇ ਜਿਹੜੇ ਵਸੀਲੇ ਹੈ ਉਹ ਵੀ ਘਟਣੇ ਸ਼ੁਰੂ ਹੋ ਗਏ, ਜਿਸ ਕਰਕੇ ਥੋੜ੍ਹੇ ਸੰਘਰਸ਼ ਹੈ ਜਿਹੜੇ ਉਹ ਭਖਣੇ ਸ਼ੁਰੂ ਹੋ ਗਏ ਨੇ। ਤਾਂ ਉਹਦੇ ਵਿੱਚ ਕੀ ਹੋਇਆ ਅਮਰਤ ਕਿ ਜਿਹੜਾ ਸਰਕਾਰ ਦਾ ਸੋਚ ਦਾ ਸਿਲੇਬਸ ਸੀ ਉਹ ਵੀ ਤਬਦੀਲ ਹੋ ਗਿਆ। ਜਿਹੜਾ ਪਹਿਲਾਂ ਦੱਦਾ ਪੜ੍ਹਦੇ ਸੀ ਉਹ ਲੱਲਾ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਕਿ ਉਹਨਾਂ ਦੀ ਅਪਰੋਚ ਹੈ ਜਿਹੜੀ ਉਹ ਲੱਲੇ ਵਾਲੀ ਹੋ ਗਈ ਕਿ ਹਰ ਚੀਜ਼ ਦੇਣੀ ਨਹੀਂ ਲੈਣੀ ਹੈ। ਜਿਸ ਤਰ੍ਹਾਂ ਲੋਕਾਂ ਤੋਂ ਜ਼ਮੀਨਾਂ ਲੈ ਲੈਣੀਆਂ, ਜਾਨ ਲੈ ਲੈਣੀ। ਸਾਡੇ ਕਿੰਨੇ IIT ਦੇ ਸਟੂਡੈਂਟਸ ਪਿਛਲੇ ਟਾਈਮ ਦੇ ਵਿੱਚ ਖੁਦਕੁਸ਼ੀ ਕਰ ਗਏ ਨੇ, ਕੁਛ ਲਾਪਤਾ ਹੀ ਹੋ ਗਏ ਜਿਨ੍ਹਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ। ਤਾਂ ਇਹ ਸਰਕਾਰਾਂ ਦਾ ਜਿਹੜਾ ਰੂਪ ਹੈ ਉਹ ਜ਼ਿਆਦਾ ਚੀੜਾ ਹੋ ਗਿਆ, ਢੀਠਪੁਣੇ ਵਾਲਾ ਹੋ ਗਿਆ। ਤਾਂ ਉਸ ਨੂੰ ਜਗਾਉਣ ਦੇ ਲਈ ਸਾਨੂੰ ਉਸ ਕਿਸਮ ਦਾ ਸੰਘਰਸ਼ ਦੀ ਲੋੜ ਸੀਗੀ ਕਿ ਜਿੰਨੀਆਂ ਸਰਕਾਰਾਂ ਨੂੰ ਅਸੀਂ ਜਗਾ ਸਕੀਏ। ਹਾਲਾਂਕਿ ਸਭ ਤੋਂ ਅਸੀਂ ਜਦੋਂ ਦਾ ਆਜ਼ਾਦੀ ਦਾ ਅੰਦੋਲਨ ਦੇਖਦੇ ਹਾਂ, ਸਭ ਤੋਂ ਵੱਧ ਜਿਹੜਾ ਨੌਜਵਾਨ ਤੇ ਕਿਸਾਨ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ, ਉਹਦੇ 'ਚ ਉਹ 'ਚ ਕੁੱਦਾ ਰਿਹਾ ਹੈ, ਅੱਗੇ ਵੱਧ ਕੇ ਮਤਲਬ ਆਜ਼ਾਦੀ ਦੀ ਲੜਾਈ ਅਸੀਂ ਲੜੀ ਹੈ। ਸਾਡੇ ਕੋਲ ਇਤਿਹਾਸ ਬਹੁਤ ਹੈਗਾ, ਸਾਡੇ ਕੋਲ ਬਾਬਾ ਬੰਦਾ ਬਹਾਦਰ ਦਾ ਇਤਿਹਾਸ ਹੈਗਾ, ਜਗੀਰਦਾਰਾਂ ਦੇ ਖਿਲਾਫ ਉਸਨੇ ਟੱਕਰ ਲਈ। ਸਾਡੇ ਕੋਲ ਗਦਰੀ ਬਾਬਿਆਂ ਦਾ ਇਤਿਹਾਸ ਹੈਗਾ, ਸਾਡੇ ਕੋਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਰਾਹ ਹੈਗਾ, ਠੀਕ ਹੈ। ਸਾਡੇ ਕੋਲ ਜ਼ੁਲਮ ਦੇ ਨਾਲ ਟੱਕਰ ਦਾ ਰਾਹ ਦਿਖਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਹੈਗਾ। ਤਾਂ ਜਿਹੜਾ ਇਤਿਹਾਸ ਸਾਨੂੰ ਮਤਲਬ ਸਾਡੇ ਪੱਬ ਚੱਕਦਾ ਸੀ ਇਤਿਹਾਸ ਸਾਡਾ, ਪਰ ਹੁਣ ਸਾਡਾ ਪਿਛਲੇ ਟਾਈਮ ਦੇ ਵਿੱਚ ਜਿੰਨੀ ਸਰਕਾਰਾਂ ਨੇ ਜਬਰ ਔਰ ਜ਼ੁਲਮ ਤਿੱਖਾ ਕੀਤਾ ਹੈ, ਤਾਂ ਇਸ ਸੰਘਰਸ਼ ਨੂੰ ਥੋੜ੍ਹੀ ਬਹੁਤੀ ਸੱਟ ਲੱਗੀ ਹੈ, ਨਮੋਸ਼ੀ ਆਈ ਹੈ। ਪਰ ਫਿਰ ਵੀ ਇਹ ਨਿਰਾਸ਼ ਨਹੀਂ ਹੋਇਆ। ਜੇ ਆਪਾਂ ਨਿਰਾਸ਼ ਨਹੀਂ ਕਹਿ ਸਕਦੇ ਕਿ ਸੰਘਰਸ਼ਾਂ ਦੇ ਵਿੱਚ ਕੁਝ ਪਿਆ ਨਹੀਂ। ਜਿਵੇਂ ਪਿੱਛੇ ਤੁਸੀਂ ਦੇਖਿਆ ਹੋਊ ਕਿ ਬਰਨਾਲੇ ਇੱਕ ਬੜਾ ਮਨਜੀਤ ਧਨੇਰ ਵਾਲਾ ਸੰਘਰਸ਼ ਚੱਲਦਾ ਰਿਹਾ ਤੇ ਉਹਦੇ ਵਿੱਚ ਪ੍ਰਾਪਤੀ ਹੋਈ ਹੈ। ਉਸ ਤੋਂ ਪਹਿਲਾਂ ਗੋਬਿੰਦਪੁਰਾ ਦੇ ਵਿੱਚ ਦੇਖਿਆ, ਟਰਾਈਡੈਂਟ ਵਾਲਾ ਦੇਖਿਆ, ਹੋਰ ਕਿੰਨੇ ਇਸ਼ੂਆਂ 'ਤੇ ਸੰਘਰਸ਼ ਹੈ ਜਿਹੜੇ ਕਾਮਯਾਬ ਹੋਏ ਨੇ। ਇਹ ਵੱਖਰੀ ਗੱਲ ਹੈ ਕਿ ਸਰਕਾਰਾਂ ਨੇ ਦੀਆਂ ਪਾਲਿਸੀਆਂ ਜਾਂ ਦਬਾਓ ਨੀਤੀਆਂ ਇੰਨੀਆਂ ਸਖਤ ਹੋ ਗਈਆਂ ਨੇ। ਹੁਣ ਜਿਵੇਂ 144 ਲਗਾਈ ਹੋਈ ਹੈ, ਲੋਕਾਂ 'ਤੇ ਹੁਣ ਵੀ ਪਰਚੇ ਕੀਤੇ ਜਾ ਤਾਂ ਕਿ ਸੰਘਰਸ਼ਾਂ ਨੂੰ ਮੋੜਿਆ ਜਾ ਸਕੇ। ਤਾਂ ਉਸ ਅਪਰੋਚ ਦੇ ਵਿੱਚ ਸਾਡੇ ਕੀ ਹੋਇਆ, ਸਾਡੇ ਕੋਲ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਬੰਦਾ ਦਾ ਕੋਈ ਨਾ ਕੋਈ ਜ਼ਿੰਦਗੀ ਨੂੰ ਆਊਟਲੈਟ ਚਾਹੀਦਾ ਹੁੰਦਾ। ਤਾਂ ਜਾਂ ਤਾਂ ਹੁਣ ਇਹਨਾਂ ਸੰਘਰਸ਼ਾਂ ਦੇ ਵਿੱਚ ਜਿਸ ਕਿਸਮ ਦਾ ਸਰਕਾਰ ਦੀ ਅਪਰੋਚ ਬਣੀ ਹੈ, ਜਾਂ ਤਾਂ ਇਹ ਵੀ ਨੌਜਵਾਨ ਨਿਰਾਸ਼ ਹੋਣਗੇ, ਉਦਾਸੀਨਤਾ ਵਾਲਾ ਰਾਹ ਹੋਏਗਾ, ਜਿਹਦੇ ਵਿੱਚੋਂ ਕੀ ਹੋਏਗਾ ਜਿਸ ਤਰ੍ਹਾਂ ਖੁਦਕੁਸ਼ੀਆਂ ਵਾਲਾ ਕਿਸਾਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ। ਰੱਸੇ ਲੱਭਣਗੇ ਲੋਕ, ਕੀਟਨਾਸ਼ਕ ਲੱਭਣਗੇ, ਰੇਲਵੇ ਲਾਈਨਾਂ 'ਤੇ ਜਾਣਗੇ, ਅਤੇ ਜਾਂ ਫਿਰ ਅਨਾਰਕੀ ਫੈਲੂਗੀ। ਦੇਖੋ ਆਊਟਲੈਟ ਤਾਂ ਚਾਹੀਦਾ ਕਿ ਨਾ ਉਸ ਚੀਜ਼ ਨੂੰ, ਜਿਹੜਾ ਇੱਕ ਹੁਮਸ ਬਣ ਗਈ ਹੈ, ਇੱਕ ਘੁੱਟਣ ਬਣ ਗਿਆ, ਉਸ ਘੁੱਟਣ ਦੇ ਵਿੱਚੋਂ ਕੁਛ ਨਾ ਕੁਛ ਤਾਂ ਨਿਕਲਣਾ ਹੀ ਹੈਗਾ ਕਿ ਨਾ। ਤਾਂ ਇਹ ਚੰਗੀ ਗੱਲ ਹੈਗੀ ਹੈ ਕਿ ਇਹ
ਕੋਈ ਕੁਛ ਕਿਸਮ ਦਾ ਉਬਾਲ ਜ਼ਰੂਰ ਆਉਣਾ ਹੈਗਾ। ਤਾਂ ਚੰਗੀ ਗੱਲ ਹੈ ਕਿ ਵੀ ਇਹ ਉਬਾਲ ਹੈ ਜਿਹੜਾ ਇੱਕ ਸੰਘਰਸ਼, ਤਕੜੇ ਸੰਘਰਸ਼ ਦਾ ਇੱਕ ਸਾਡੇ ਮੂਹਰੇ ਇੱਕ ਸ਼ੀਸ਼ਾ ਬਣੇ, ਤਾਂ ਕਿ ਸਾਡੀਆਂ ਸਰਕਾਰਾਂ ਨੂੰ ਜਿਹੜੇ ਅਸੀਂ ਬੀਨਾਂ ਨਾਲ ਜਿਹੜੀਆਂ ਸੁੱਤੀਆਂ ਪਈਆਂ ਜਾਗਦੀਆਂ ਨਹੀਂ, ਸ਼ਾਇਦ ਸੰਘਰਸ਼ ਦੇ ਜਿਹੜੇ ਤਕੜੇ ਬਾਝੇ ਹੈ ਉਹਨਾਂ ਨੂੰ ਜਗਾ ਸਕਣ। ਸਰਕਾਰ ਜਿਹੜੀ ਸਖਤੀ ਕਰ ਰਹੀ ਹੈ ਸੰਘਰਸ਼ ਦਿਵਾਉਣ ਵਾਸਤੇ, ਜਿਵੇਂ ਤੁਸੀਂ ਗੱਲ ਕੀਤੀ ਦਫਾ 144 ਲਗਵਾਤੀ, ਅਤੇ ਪਿਛਲੇ ਦਿਨਾਂ 'ਚ ਕਈ ਥਾਵਾਂ 'ਤੇ ਪਰਚੇ ਵੀ ਦਰਜ ਕੀਤੇ ਨੇ। ਹਾਲਾਂਕਿ ਜਦੋਂ ਸਰਕਾਰ ਦੇ ਨੁਮਾਇੰਦੇ ਖੁਦ ਕਿਤੇ ਜਾਂਦੇ ਨੇ ਉਦੋਂ ਧਾਰਾ 144 ਨੂੰ ਦਰਕਨਾਰ ਕਰ ਦਿੱਤਾ ਜਾਂਦਾ। ਅਤੇ ਇਹਦੇ ਬਾਰੇ ਦੱਸੋ, ਇਹ ਕਿੰਨਾ ਕੁ ਠੀਕ ਆ, ਸਰਕਾਰ ਦੀ ਇਹ ਪਹੁੰਚ ਕਿੰਨੀ ਕੁ ਠੀਕ ਆ? ਨਹੀਂ ਅਮਰਤ, ਇਹ ਤਾਂ ਓਵਰਆਲ ਹੀ ਹਿੰਦੁਸਤਾਨ ਦੇ ਵਿੱਚ ਹੀ ਚੱਲ ਰਿਹਾ ਹੈਗਾ ਕਿ ਜਿੱਥੇ ਵੀ ਕੋਈ ਸੰਘਰਸ਼ ਉੱਠਿਆ ਤੇ ਉਸ ਦਾ ਵਧੀਆ ਤਰੀਕਾ ਹੁੰਦਾ ਕਿ ਪਰਚਾ ਦਰਜ ਕਰ ਦਿਓ। ਤੇ ਤੁਸੀਂ ਪਿੱਛੇ ਦੇਖਿਆ ਹੋਊਗਾ ਜਿਹੜੀ ਇਹਨਾਂ ਦੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗੀ ਹੈ, ਉਹਦਾ ਆਪਦਾ ਡਾਟਾ ਹੈਗਾ ਕਿ ਪਿਛਲੇ 2014 ਤੋਂ ਲੈ ਕੇ 2018 ਤੱਕ ਕਿੰਨੇ ਦੇਸ਼ ਧਰੋਹ ਦੇ ਪਰਚੇ ਦਰਜ ਹੋਏ ਧੜਾ ਧੜ। ਹੁਣ ਵੀ ਨਹੀਂ ਰੁਕ ਰਹੇ। ਹੁਣ ਕੋਵਿਡ ਦੀ ਆੜ ਦੇ ਵਿੱਚ ਤਾਂ ਹੋਰ ਜ਼ਿਆਦਾ ਵੱਧ ਗਏ ਨੇ ਕਿ ਜਿਹੜੇ ਸਾਨੂੰ ਦੇਖਦੇ ਨਹੀਂ, ਸਾਨੂੰ ਪਤਾ ਵੀ ਨਹੀਂ ਲੱਗਦਾ। ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਪਿੱਛੇ ਤੁਸੀਂ ਦੇਖਿਆ ਹੋਵੇਗਾ ਕਿ ਪਾਵਰਕੌਮ ਦੇ ਕਾਮਿਆਂ ਨੇ ਮੋਹਾਲੀ ਦੇ ਵਿੱਚ ਪ੍ਰੋਟੈਸਟ ਕੀਤਾ, ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ। ਉਸ ਤੋਂ ਬਿਨਾਂ ਪਟਿਆਲੇ ਦੇ ਵਿੱਚ ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਹੈ ਉਹਨਾਂ ਨੇ ਆਪਣਾ ਪ੍ਰੋਟੈਸਟ ਕੀਤਾ, ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ। ਜਿਹੜੇ ਡੀਪੀ ਟੀਚਰ ਹੈਗੇ ਨੇ ਉਹਨਾਂ ਨੇ ਸੰਗਰੂਰ 'ਚ ਪ੍ਰੋਟੈਸਟ ਕੀਤਾ, ਉਹਨਾਂ 'ਤੇ ਪੁਲਿਸ ਕੇਸ ਦਰਜ ਕਰ ਦਿੱਤਾ ਗਿਆ। ਇਸ ਤਰ੍ਹਾਂ ਲੰਬੀ ਦੇ ਵਿੱਚ ਪ੍ਰੋਟੈਸਟ ਕੀਤਾ ਕਿਸਾਨਾਂ ਨੇ, ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ ਗਿਆ। ਤੇ ਇਹ ਧੜਾ ਧੜ ਪਰਚੇ ਦਰਜ ਹੋ ਰਹੇ ਨੇ ਫਾਰਮਰ 'ਤੇ। ਦਫਾ 144 ਦਾ ਡਰ ਦਿਖਾ ਕੇ ਉਹਨਾਂ ਨੂੰ ਦਬਾਇਆ ਜਾ ਰਿਹਾ। ਪਰ ਸਾਡੇ ਜਿਹੜੇ ਸੰਘਰਸ਼ੀ ਮੁੰਡੇ ਨੇ ਇਹ ਜਾਂ ਕੁੜੀਆਂ ਨੇ ਹੁਣ ਵੀ ਸੜਕਾਂ 'ਤੇ ਹੈ। ਤੁਸੀਂ ਪੰਜਾਬ ਦੇ 17-18 ਜ਼ਿਲ੍ਹਿਆਂ 'ਚ ਕਿਸੇ ਪਾਸੇ ਕੰਧ ਵੱਲ ਨਜ਼ਰ ਮਾਰ ਲਓ, ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਹੈ ਜਾਂ ਬੀਐਡ ਵਾਲੇ ਟੈਟ ਪਾਸ ਬੇਰੁਜ਼ਗਾਰ ਹੈ, ਉਹਨਾਂ ਨੇ ਨਾਅਰਿਆਂ ਨਾਲ ਕੰਧਾਂ ਭਰ ਰੱਖੀਆਂ ਨੇ। ਤੇ ਕੱਲ੍ਹ ਅਸੀਂ ਦੇਖਿਆ ਕਿ ਪਟਿਆਲੇ ਦੇ ਵਿੱਚ ਬੜਾ ਵੱਡਾ ਪ੍ਰੋਟੈਸਟ ਹੈ ਜਿਹੜੇ ਸਾਡੇ ਮੁਲਾਜ਼ਮਾਂ ਨੇ ਕੀਤਾ ਹੈਗਾ। ਜਿਸ ਤਰ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਇਸ਼ੂ ਬਣਿਆ ਜਾਂ ਮੋਬਾਈਲ ਭੱਤਿਆਂ 'ਤੇ ਕੱਟ ਲਿਆ, ਉਹ ਵੀ ਲੋਕ ਸੜਕਾਂ 'ਤੇ ਨਿਕਲੇ ਹੈ। ਤਾਂ ਇੱਕ ਪਾਸੇ ਤਾਂ ਇਹ ਲੋਕ ਹੈ ਜਿਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪੋਲੀਟੀਕਲ ਲੋਕ ਨੇ। ਪੋਲੀਟੀਕਲ ਲੋਕਾਂ 'ਤੇ ਕਿਤੇ ਪਰਚੇ ਨਹੀਂ ਦਰਜ ਹੋਏ। ਅੱਜ ਵੀ ਪਤਾ ਲੱਗੇ ਪੰਜਾਬ 'ਚ ਕਈ ਥਾਵਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਹੈਗੇ ਆਪਣੇ ਮੁਜ਼ਾਹਰੇ ਕੀਤੇ ਨੇ। ਤਾਂ ਦੇਖਣਾ ਹੈ, ਉਸ ਤੋਂ ਪਹਿਲਾਂ ਤਰਨਤਾਰਨ ਮਾਝੇ ਦੇ ਵਿੱਚ ਮੁਜ਼ਾਹਰੇ ਹੋਏ ਨੇ, ਇੱਕਾ ਦੋ ਕਥਾ ਪਰਚੇ ਕੀਤੇ ਨੇ, ਪਰ ਵੱਡੇ ਲੀਡਰਾਂ 'ਤੇ ਕਿੱਥੇ ਪਰਚੇ ਹੋਏ ਨੇ। ਕਾਨੂੰਨ ਤਾਂ ਸਭ ਲਈ ਇੱਕ ਹੋਣਾ ਚਾਹੀਦਾ ਹੈ ਨਾ। ਜੇ ਦਫਾ 144 ਦੀ ਵਾਇਓਲੇਸ਼ਨ ਕੋਈ ਕਰਦਾ ਹੈ ਤਾਂ ਸਾਰਿਆਂ 'ਤੇ ਹੋਣੇ ਚਾਹੀਦੇ ਪਰਚੇ। ਇਹ ਕੀ ਗੱਲ ਹੈ ਕਿ ਇਕੱਲੇ ਬੇਰੁਜ਼ਗਾਰਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ, ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ, ਪੋਲੀਟੀਕਲ ਲੋਕ ਛੱਡ ਦਿੱਤੇ ਜਾਂਦੇ ਨੇ। ਕਿਉਂਕਿ ਸਰਕਾਰਾਂ ਇੱਕ ਜਾਣਦੀਆਂ ਨੇ। ਸਰਕਾਰਾਂ ਨੂੰ ਲੱਗਦਾ ਹੈ ਕਿ ਪੋਲੀਟੀਕਲ ਲੋਕਾਂ ਤੋਂ ਉਹਨਾਂ ਨੂੰ ਖਤਰਾ ਨਹੀਂ। ਉਹ ਤਾਂ ਸਿਰਫ ਉਹਨਾਂ ਦੀ ਇੱਕ ਗੱਦੀ ਦੀ ਲੜਾਈ ਹੈਗੀ ਹੈ। ਉਹਨਾਂ ਨੂੰ ਲੱਗਦਾ ਕਿ ਜਿਹੜੇ ਪ੍ਰੋਟੈਸਟ ਕਰਨ ਵਾਲੇ ਜਿਹੜੇ ਅੰਦੋਲਨਕਾਰੀ ਹੈ, ਇਹਨਾਂ ਦਾ ਇੱਕ ਵੱਜਵਾਂ ਸੰਘਰਸ਼ ਹੈ, ਇਹ ਸਾਨੂੰ ਸੇਕ ਵੀ ਲਾ ਸਕਦਾ, ਸਾਡੀਆਂ ਵੋਟ ਬੈਂਕ ਵੀ ਤੋੜ ਸਕਦਾ ਹੈ। ਕਿਉਂਕਿ ਦੂਜੇ ਜਿਹੜੇ ਪੋਲੀਟੀਕਲ ਐਜੀਟੇਸ਼ਨ ਹੈ ਉਹ ਆਰਜੀ ਨੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਦਬ ਸਕਦੀਆਂ ਨੇ। ਸੋ ਇਸ ਕਰਕੇ ਪਰਚਿਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੈਨੂੰ ਨਹੀਂ ਕਿਤੇ ਲੱਗਿਆ ਜਿੱਦਾਂ ਦੇ ਪਰਚੇ ਹੋਣੇ ਸ਼ੁਰੂ ਹੋਏ ਨੇ, ਜਿਹੜਾ ਨੌਜਵਾਨਾਂ ਦਾ, ਬੇਰੁਜ਼ਗਾਰਾਂ ਦਾ, ਮੁਲਾਜ਼ਮਾਂ ਦਾ ਸੰਘਰਸ਼ ਹੈ ਜਿਹੜਾ ਬਲਕਿ ਹੋਰ ਤਿੱਖਾ ਹੋਇਆ। ਇਹ ਜਿਹੜੀ ਪਰਚਿਆਂ ਦੀ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਵੀ ਸੰਘਰਸ਼ ਹੋਰ ਤਿੱਖਾ ਹੋਇਆ, ਤੇ ਇਹਦਾ ਇਹ ਵੀ ਤਾਂ ਹੈ ਕਿ ਇਹ ਜਿਹੜਾ ਸਰਕਾਰ ਨੇ ਨਵਾਂ ਪੈਂਤੜਾ ਲਿਆ ਵੀ ਸੰਘਰਸ਼ ਨੂੰ ਆਪਾਂ ਮੰਗ ਤਾਂ ਪੂਰੀ ਨਹੀਂ ਕਰਨੀ, ਵੀ ਐਂ ਪਰਚਿਆਂ ਦੇ ਡਰ ਨਾਲ ਦਬਾ ਦਈਏ, ਤਾਂ ਕੀ ਜਿਹੜੀਆਂ ਸੰਘਰਸ਼ੀ ਧਿਰਾਂ ਉਹਨਾਂ ਵਾਸਤੇ ਇਹ ਚੁਣੌਤੀ ਹੋਰ ਵੱਡੀ ਨਹੀਂ ਹੋ ਗਈ? ਨਹੀਂ, ਚੁਣੌਤੀ ਤਾਂ ਨੈਚੁਰਲੀ ਵੱਡੀ ਹੈਗੀ ਹੈ, ਪਰ ਹੁਣ ਸੰਘਰਸ਼ ਨੂੰ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਪਿਆ ਕਿ ਨਾ ਓਵਰਆਲ, ਤਾਂ ਸੰਘਰਸ਼ ਦਾ ਸਾਨੂੰ ਮੁਹਾਂਦਰਾ ਵੀ ਥੋੜ੍ਹਾ ਚੇਂਜ ਕਰਨਾ ਪਏਗਾ। ਹੁਣ ਤੁਸੀਂ ਦੇਖ ਰਹੇ ਹੋ ਅਮਰਤ ਕਿ ਹਰ ਵਰਗ ਹੈ ਜਿਹੜਾ ਜਾਂ ਹਰ ਤਬਕਾ ਹੈ ਉਹ ਆਪੋ ਆਪਣੀ ਲੜਾਈ ਲੜ ਰਿਹਾ। ਕਿ ਡੀਪੀ ਮਾਸਟਰ ਹੈ ਉਹ ਲਹਿਦਾ ਲੜਾਈ ਲੜ ਰਹੇ ਨੇ, ਪਾਵਰਕੌਮ ਦੇ ਕੰਮ ਹੈ ਉਹ ਲਹਿਦਾ ਲੜ ਰਹੇ ਨੇ, ਜਿਹੜੇ ਰੂਰਲ ਫਾਰਮਾਸਿਸਟ ਹੈ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ, ਉਹ ਲਹਿਦਾ ਲੜਾਈ ਲੜ ਰਹੇ ਨੇ। ਹੁਣ ਲੋੜ ਇਸ ਤਰ੍ਹਾਂ ਪੈਣੀ ਹੈ ਕਿ ਜਿਸ ਤਰ੍ਹਾਂ ਦਾ ਹੱਲਾ ਬੜਾ ਡੀਪ ਹੈ, ਬੜਾ ਸਖਤ ਹੈਗਾ ਹੱਲਾ, ਉਹਨੂੰ ਟੱਕਰ ਦੇਣ ਦੇ ਲਈ ਆਪਸੀ ਸਾਰੀਆਂ ਧਿਰਾਂ ਨੂੰ ਇੱਕ ਤਾਲਮੇਲ ਬਿਠਾਉਣਾ ਪਏਗਾ। ਉਸ ਤਾਲਮੇਲ ਬਿਠਾਓ ਕੇ ਇਕੱਠੇ ਹੋ ਕੇ ਇੱਕ ਲੰਬਾ ਦਮ ਰੱਖ ਕੇ ਫਿਰ ਲੜਾਈ ਲੜਨੀ ਪਏਗੀ, ਕਿਉਂਕਿ ਇਹਦੇ ਵਿੱਚ ਤੁਹਾਨੂੰ ਸੈਕਰੀਫਾਈ ਬਹੁਤ ਕਰਨਾ ਪਏਗਾ। ਤਾਂ ਜਦੋਂ ਇਕੱਠੇ ਹੋ ਕੇ ਲੜਾਂਗੇ ਤਾਂ ਤੁਹਾਡੀ ਤਾਕਤ ਵੀ ਜ਼ਿਆਦਾ ਬਣੇਗੀ ਅਤੇ ਜਿਹੜਾ ਪਰਚਿਆਂ ਦੀ ਨੋਕ ਹੈ ਉਹ ਵੀ ਮੁੜੇਗੀ। ਤਾਂ ਜਦੋਂ ਜਿੰਨਾ ਤੁਸੀਂ ਪੀੜੋਗੇ ਓਨਾ ਤੇਲ ਨਿਕਲੂਗਾ। ਤਾਂ ਮੈਂ ਆਪਣੀ ਹੋ ਗਿਆ ਗੱਲ ਦਾ ਹੀ ਅਖੀਰ ਇੱਕ ਤੁਹਾਨੂੰ ਗੱਲ ਸੁਣਾ ਕੇ, ਨਿਆਮਤ ਨਾਂ ਦੀ ਇੱਕ ਕੁੜੀ ਹੈ, ਉਸਨੇ ਥੋੜ੍ਹਾ ਅਰਸਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਲੈਟਰ ਲਿਖਿਆ ਹੈਗਾ। ਬੜਾ ਲੰਬਾ ਚੌੜਾ ਲੈਟਰ ਉਹਨੇ ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ ਲਿਖਿਆ। ਉਹਦੀਆਂ ਮੈਂ ਤੁਹਾਨੂੰ ਆਖਰੀ 2 ਲਾਈਨਾਂ ਸੁਣਾਉਣਾ ਚਾਹੁੰਦਾ, ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ।
ਉਹਨੇ ਲਿਖਿਆ ਸੀਐਮ ਨੂੰ ਸੰਬੋਧਨ ਹੋ ਕੇ ਕਿ ਬਲਦਾ ਪੰਜਾਬ ਤੇਰੇ ਪੰਜਾਬ ਵਰਗਾ ਨਹੀਂ, ਬਲਦਾ ਪੰਜਾਬ ਤੇਰੇ ਪੰਜਾਬ ਵਰਗਾ ਨਹੀਂ। ਇਹ ਨਵੀਂ ਪੀੜ੍ਹੀ ਨੂੰ ਇਹਨਾਂ ਨਾ ਸਮਝੀ ਕਿ ਉਹ ਇਹ ਵੀ ਨਾ ਸਮਝ ਸਕੇ ਕਿ ਸਾਡੀ ਆਪਣੀਆਂ ਜੜ੍ਹਾਂ ਨੂੰ ਤੇਲ ਦੇਣ ਵਾਲੇ ਕਿਹੜੇ ਹੱਥ ਨੇ। ਸੋ ਜੜ੍ਹਾਂ ਨੂੰ ਤੇਲ ਵੀ ਦੇਣਾ ਪੈਣਾ ਹੈ ਤੇ ਇਹਨਾਂ ਲੋਕਾਂ ਨੂੰ ਪੰਜੀ ਦਾ ਭੌਣ ਵੀ ਦਿਖਾਉਣਾ ਪੈਣਾ ਹੈ, ਤਾਂ ਹੀ ਇਹਨਾਂ ਸੰਘਰਸ਼ਾਂ ਦੇ ਵਿੱਚ ਸਾਡੇ ਸੰਘਰਸ਼ੀ ਲੋਕ ਹੈ ਜਿਹੜੇ ਕੋਈ ਜਿੱਤ ਹਾਸਲ ਕਰ ਸਕਦੇ। ਤਾਂ ਸਾਡੀ ਵਿਚਾਰ ਚਰਚਾ ਇਸ ਸਿੱਟੇ ਤੇ ਪਹੁੰਚਦੀ ਆ ਕਿ ਜਿਹੜੀਆਂ ਸਰਕਾਰਾਂ ਨੇ ਉਹ ਸਿਆਸੀ ਹੱਥਕੰਡੇ ਅਪਣਾਉਂਦੀਆਂ ਨੇ, ਵੋਟਾਂ ਵੇਲੇ ਲੋਕਾਂ ਨੂੰ ਯਾਦ ਰੱਖਦੀਆਂ ਨੇ। ਜਿਵੇਂ ਕਿ ਪਿਛਲੀ ਵਾਰੀ ਹੋਇਆ, ਲੋਕਾਂ ਨੇ ਇਹ ਸੋਚਿਆ ਕਿ ਕੈਪਟਨ ਸਾਹਿਬ ਖੂੰਡਾ ਚੁੱਕਣਗੇ, ਪਰ ਅਜਿਹਾ ਹੋਇਆ ਕੁਝ ਨਹੀਂ। ਤਾਂ ਹੁਣ ਤਾਂ ਇਹੀ ਲੱਗਦਾ ਕਿ ਇਸ ਸਥਿਤੀ 'ਚੋਂ ਨਿਕਲਣ ਲਈ ਸੰਘਰਸ਼ੀ ਧਿਰਾਂ ਨੂੰ ਇਕੱਠੇ ਹੋਣਾ ਪਊਗਾ ਅਤੇ ਉਹਨਾਂ ਨੂੰ ਆਪ ਹੀ ਖੂੰਡਾ ਚੁੱਕਣਾ ਪਊਗਾ। ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ। ਵਿਦਾ ਲੈਂਦੇ ਹਾਂ, ਭਲਕੇ ਫੇਰ ਹਾਜ਼ਰ ਹੋਵਾਂਗੇ।